ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਨਵੰਬਰ ਦਿਨ ਬੁੱਧਵਾਰ ਤੇ ਸਾਡੇ ਨਾਲ ਜਿਹੜੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ ਅਤੇ ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ ਤੋਂ, ਅਤੇ ਨਾਲ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮਰ ਇੰਸ਼ੋਰੈਂਸ, ਵਰਕਰਜ਼ ਇੰਸ਼ੋਰੈਂਸ, ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ ਇਹਨਾਂ ਨੂੰ 408 272 2500 ਦੇ ਉੱਤੇ 4082722500 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਆਪਾਂ ਸ਼ੁਰੂਆਤ ਕਰੀਏ। ਜਿੱਦਾਂ ਆਪਾਂ ਜਾਣਦੇ ਹਾਂ ਪੰਜਾਬ ਦੇ ਵਿੱਚ ਅੱਜ 3 ਨਵੰਬਰ ਦਾ ਜਿਹੜਾ ਜੀ ਦਿਨ ਚੜ੍ਹ ਚੁੱਕਾ ਆ। ਇੱਕ ਪਾਸੇ ਠੁਮਕੇ ਜਿਹੜੇ ਜੀ ਉਹ ਲੱਗ ਰਹੇ ਆ ਕਬੱਡੀ ਕੱਪ ਨੂੰ ਲੈ ਕੇ, ਇੱਕ ਪਾਸੇ ਸੰਕੇਤਕ ਭੁੱਖ ਹੜਤਾਲਾਂ ਚੱਲ ਰਹੀਆਂ ਆ। ਪੰਜਾਬ ਕਿਸ ਪਾਸੇ ਵੱਲ ਨੂੰ ਵੱਧ ਰਿਹਾ ਹੈ? ਦੇਖੋ, ਇਹ 32 ਸਾਲ ਹੋ ਗਏ ਜੀ ਜਿਹੜਾ 1984 ਦੇ ਕਤਲੇਆਮ ਨੂੰ। ਪਹਿਲਾਂ ਇਹੋ ਜਿਹਾ ਕੁਛ ਬਹੁਤ ਘੱਟ ਜਿਹੜਾ ਜੀ ਉਹ ਵੇਖਣ ਨੂੰ ਮਿਲਿਆ। ਕਮ ਸੇ ਕਮ ਜਿਹੜੀ ਪਾਰਟੀ ਇਹਦੇ ਉੱਤੇ ਰਜਵੀਂ ਸਿਆਸਤ ਜਿਹੜੀ ਹੈ ਜੀ ਉਹ ਕਰਦੀ ਰਹੀ ਆ, ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ, ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ, ਜਿਹੜੇ ਖੁੱਲ੍ਹੇ ਟਰੱਕ ਨੇ ਉਹਨਾਂ ਦੇ ਵਿੱਚ ਖੜੀਆਂ ਕਰਕੇ ਬਿਠਾ ਕੇ ਜਿਹੜੀਆਂ ਵਿਧਵਾਵਾਂ ਨੇ 1984 ਦੀਆਂ ਉਹਨਾਂ ਨੂੰ ਜਿਹੜਾ ਜੀ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਰਿਹਾ ਕਿ ਆਹ ਦੇਖੋ ਜੀ ਉੱਥੇ ਕੀ ਹਾਲਾਤ ਜਿਹੜੇ ਉਹ ਬਣੇ। ਪਰ ਇਹਦੇ ਉੱਤੇ ਸਵਾਏ ਸਿਆਸਤ ਤੋਂ ਜਿਹੜਾ ਜੀ ਕੀਤਾ ਕਰਿਆ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਕਰਿਆ। ਸਰਕਾਰਾਂ ਨੇ ਕੁਛ ਨਹੀਂ, ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਜਿਹੜੀਆਂ ਜੀ ਉਹ ਰਹੀਆਂ ਜ਼ਿਆਦਾ ਸਮਾਂ, ਪਰ ਦੂਜੀ ਜਿਹੜੀ ਧਿਰ ਆ ਜੀ ਭਾਰਤੀ ਜਨਤਾ ਪਾਰਟੀ, ਮੁਆਵਜ਼ਾ ਉਹਨੂੰ ਵੀ ਨਹੀਂ ਕੀਤਾ ਜਾ ਸਕਦਾ ਜੀ। ਉਹ ਚਾਹੇ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਰਹੀ ਹੋਵੇ 6 ਸਾਲ ਦਾ ਉਹਦਾ ਸਮਾਂ, ਉਹਦੇ ਵਿੱਚ ਵੀ ਅਕਾਲੀ ਦਲ ਦੀ ਭਾਈਵਾਲੀ ਰਹੀ। 2.5 ਸਾਲ ਦਾ ਸਮਾਂ ਜਿਹੜਾ ਜੀ ਉਹ ਹੁਣ ਹੋ ਗਿਆ SIT ਕਾਗਜ਼ਾਂ ਦੇ ਵਿੱਚ ਬਣਾਤੀ, ਉਦੋਂ ਬਾਅਦ ਤਾਂ ਉਹਦਾ ਕੁਛ ਵੀ ਨਹੀਂ ਜਿਹੜਾ ਜੀ ਉਹ ਹੋਇਆ। ਹੁਣ ਜਿਹੜਾ ਹੈਰਾਨੀਜਨਕ ਤਰੀਕੇ ਦੇ ਨਾਲ ਐਤਕੀ ਇਹ ਹੋਇਆ, ਇੱਕ ਤਾਂ ਜਿਵੇਂ ਸਵਾਲ ਜਿਹੜੇ ਵੱਡੇ ਉੱਠ ਰਹੇ ਨੇ ਕਿ ਜਦੋਂ ਸੂਬਾ ਟੁੱਟ ਜਾਵੇ, ਸੂਬਾ ਅੱਧਿਓਂ ਅੱਧਾ ਰਹਿ ਜਾਵੇ ਤੇ ਉਹਦੇ ਜਸ਼ਨ ਜਿਹੜੇ ਨੇ ਉਹ ਮਨਾਏ ਜਾਣ, ਇਹ ਸਮਝ ਤੋਂ ਪਰੇ ਵਾਲੀ ਗੱਲ ਸੀਗੀ। ਜੇ ਇਹ ਜਸ਼ਨ ਮਹੀਨਾ ਭਰ ਜਿਹੜਾ ਜੀ ਉਹ ਚੱਲਣੇ ਨੇ ਤੇ ਇਹ ਕਮ ਸੇ ਕਮ ਹਫ਼ਤਾ ਜਿਹੜਾ ਸੀਗਾ ਉਹ ਅਗਾਂਹ ਕੀਤੇ ਜਾ ਸਕਦੇ ਸੀਗੇ, ਨਹੀਂ ਕੀਤੇ ਗਏ। 1 ਨਵੰਬਰ ਨੂੰ ਜਿਹੜਾ ਜੀ ਉਹ ਨਾਚ ਗਾਣਾ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਹੋਇਆ। ਇਹਨਾਂ ਜਸ਼ਨਾਂ ਦੀ ਗੋਲਡਨ ਜੁਬਲੀ ਜਿਹੜੇ ਸੀਗੇ ਜੀ ਉਹਨਾਂ ਦੀ ਸ਼ੁਰੂਆਤ ਕੀਤੀ ਗਈ। ਔਰ ਅੱਜ 3 ਤਰੀਕ ਹੋ ਗਈ ਜੀ, ਕਿਉਂਕਿ ਪਹਿਲੀ 2-3 ਜਿਹੜੇ ਸੀਗੇ ਜੀ ਇਹ ਬਹੁਤ ਜ਼ਿਆਦਾ ਜਿਹੜੇ ਜੀ ਦੁਖਦਾਈ ਦਿਨ ਸੀਗੇ, ਜਦੋਂ ਕਿ ਕੋਹ ਕੇ ਮਨੁੱਖ ਜਿਹੜੇ ਸੀਗੇ ਜੀ ਉਹਨਾਂ ਨੂੰ ਮਾਰਿਆ ਗਿਆ, ਗਲੀਆਂ ਦੇ ਵਿੱਚ ਕੱਢ ਕੇ ਉਹਨਾਂ ਨੂੰ ਫੂਕਿਆ ਗਿਆ ਜਿਉਂਦਿਆਂ। ਤੇ ਉਦੋਂ ਜਿਹੜਾ ਜੀ ਵਿਸ਼ਵ ਕਬੱਡੀ ਕੱਪ ਜਿਹੜਾ ਜੀ ਅੱਜ ਸ਼ੁਰੂ ਹੋ ਰਿਹਾ ਇੱਥੇ, ਔਰ ਇਸ ਵਿਸ਼ਵ ਕਬੱਡੀ ਕੱਪ ਦੇ ਮੌਕੇ ਦੇ ਉੱਤੇ ਜਾਂ ਤਾਂ ਇਹ ਹੋਵੇ ਨਾ ਚਲੋ ਤੁਸੀਂ ਉਹਨੂੰ ਜਿਹੜਾ ਜੀ ਸਮਰਪਿਤ ਹੀ ਕਰ ਦਿਓ, ਨਹੀਂ ਉੱਥੇ ਇਸ ਤਰ੍ਹਾਂ ਦਾ ਕੁਛ ਨਹੀਂ ਗਾ। ਜਿਹੜੇ ਕਾਮੇਡੀ ਕਲਾਕਾਰ ਨੇ ਉਹ ਸੱਦੇ ਗਏ ਨੇ, ਜਿਹੜੇ ਸਿੰਗਰ ਨੇ ਉਹ ਸੱਦੇ ਗਏ ਨੇ, ਔਰ ਖਾਸ ਤੌਰ ਦੇ ਉੱਤੇ ਕਰੋੜਾਂ ਰੁਪਈਏ ਜਿਹੜਾ ਜੀ ਉਹ ਖਰਚ ਕਰਕੇ ਮੁੰਬਈ ਫਿਲਮ ਇੰਡਸਟਰੀ ਤੋਂ ਜਿਹੜੀਆਂ ਹੀਰੋਇਨਾਂ ਨੇ ਉਹ ਲਿਆਂਦੀਆਂ ਜਾਣਗੀਆਂ ਜੀ। ਉਹਨਾਂ ਦੇ ਠੁਮਕੇ ਜਿਹੜੇ ਜੀ ਉਹ ਰੋਪੜ ਦੇ ਵਿੱਚ ਲੱਗਣਗੇ। ਇਹ ਵੱਖਰੀ ਗੱਲ ਹੈ ਕਿ ਜਿੱਥੇ ਇਹ ਮੈਚ ਹੋਣਾ ਉਹਦੇ ਬਿਲਕੁਲ ਨਜ਼ਦੀਕ ਟੈਂਕੀ ਦੇ ਉੱਤੇ ਰਾਤ ਦੇ ਕੁਝ ਬੇਰੁਜ਼ਗਾਰ ਜਿਹੜੇ ਆ ਜੀ ਉਹ ਚੜੇ ਹੋਏ ਨੇ। ਉਹ ਮੰਗ ਜਿਹੜੀ ਹੈ ਜੀ ਇਹ ਕਰ ਰਹੇ ਨੇ ਨੌਕਰੀਆਂ ਦੀ। ਦੂਜੇ ਪਾਸੇ ਜਿਹੜੇ ਹੈ ਜੀ ਅੱਜ ਸੰਕੇਤਕ ਰੂਪ ਦੇ ਵਿੱਚ ਇੱਕ ਭੁੱਖ ਹੜਤਾਲ ਜਿਹੜੀ ਹੈ ਜੀ ਦਿਨ ਭਰ ਦੀ ਉਹ ਚੰਡੀਗੜ੍ਹ ਦੇ ਵਿੱਚ ਰੱਖੀ ਜਾਣੀ ਹੈ। ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਵੱਲੋਂ ਇਹਦੇ ਵਿੱਚ ਤਕਰੀਬਨ ਪੰਜਾਬ ਦੇ ਸਾਰੇ ਜਿਹੜੇ ਨੇਤਾ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣਾ। ਜਿਵੇਂ ਵਿਦੇਸ਼ਾਂ ਦੇ ਵਿੱਚ ਜਿਹੜਾ ਹੈ ਜੀ ਬਲੱਡ ਡੋਨੇਸ਼ਨ ਕੈਂਪ ਜਿਹੜੇ ਆ ਜੀ ਉਹ ਲਗਾਏ ਜਾ ਰਹੇ ਨੇ, ਇੰਨੇ ਆਰਟੀਕਲ ਜਿਹੜੇ ਆ ਜੀ ਉਹ ਛਪ ਰਹੇ ਨੇ, ਇੰਨਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਪਰ ਆਹ ਜਿਹੜੀ ਗੱਲ ਠੁਮਕਿਆਂ ਵਾਲੀ ਤੇ ਜਸ਼ਨਾਂ ਵਾਲੀ ਆ ਨਾ ਜੀ, ਇਹ ਪਚ ਨਹੀਂ ਰਹੀ ਕਿਸੇ ਨੂੰ ਵੀ। ਜੀ ਬਿਲਕੁਲ। ਅਤੇ ਇਸੇ ਦੇ ਨਾਲ ਜੇ ਜੁੜੀ ਹੋਈ ਆਪਾਂ ਇੱਕ ਗੱਲ ਕਰੀਏ ਵੀ ਹਾਈ ਕੋਰਟ ਦੇ ਜਿਹੜੇ ਸਾਬਕਾ ਜਸਟਿਸ ਰਹੇ ਨੇ ਉਹਨਾਂ ਦਾ ਜਿਹੜਾ ਉਹ ਕਹਿਣਾ ਆ ਵੀ ਜਿਹੜੇ ਅਫਸਰ ਉਦੋਂ 1984 ਦੇ ਵਿੱਚ ਅੱਖਾਂ ਮੀਟੀਆਂ
ਰੱਖੀਆਂ ਜਿਨ੍ਹਾਂ ਨੇ ਉਸ ਦੇ ਉੱਤੇ ਕੁਝ ਕੀਤਾ ਨਹੀਂ ਜਾਂ ਕੁਝ ਬੋਲਿਆ ਨਹੀਂ, ਉਹਨਾਂ ਨੂੰ ਵੀ ਬਰਾਬਰ ਦੇ ਗੁਨੇਗਾਰ ਸਮਝਣਾ ਚਾਹੀਦਾ? ਐਕਚੁਅਲੀ ਜੇ ਦਿੱਲੀ ਦੇ ਵਿੱਚ ਸਿੱਖ ਫੋਰਮ ਦੇ ਵੱਲੋਂ ਇੱਕ ਪੈਨਲ ਬਹਿਸ ਜਿਹੜੀ ਹੈ ਜੀ ਉਹ ਕਰਵਾਈ ਗਈ 1984 ਦੇ ਸਿੱਖ ਕਤਲੇਆਮ ਨੂੰ ਜਿਹੜਾ ਜੀ ਉਹ ਲੈ ਕੇ, ਇਹਦੇ ਵਿੱਚ ਬੋਲਦਿਆਂ ਹੋਇਆ ਜਿਹੜਾ ਸੀਗਾ ਜੀ ਰਾਜਸਥਾਨ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਨੇ ਅਨਿਲ ਦੇਵ ਸਿੰਘ, ਉਹਨਾਂ ਨੇ ਇੱਕ ਅਹਿਮ ਨੁਕਤਾ ਇਹਦੇ ਵਿੱਚ ਜਿਹੜਾ ਜੀ ਉਹ ਉਠਾਇਆ। ਉਹਨਾਂ ਨੇ ਕਿਹਾ ਕਿ ਆਪਣੇ ਫਰਜ਼ ਤੋਂ ਜਿਨ੍ਹਾਂ ਨੇ ਮੂੰਹ ਮੋੜਿਆ ਤੇ ਜਿਹੜੇ ਦੰਗਾਕਾਰੀ ਸੀ ਉਹਨਾਂ ਦੇ ਉੱਤੇ ਅੱਖਾਂ ਮੀਚਣ ਵਾਲੇ ਜਿਹੜੇ ਸਰਕਾਰੀ ਅਫਸਰ ਸੀਗੇ ਉਹਨਾਂ ਨੂੰ ਇਸ ਕਤਲੋਗਾਰਤ ਦੇ ਵਿੱਚ ਮਦਦ ਕਰਨ ਵਾਲੇ ਐਲਾਨਿਆ ਜਾਣਾ ਜਿਹੜਾ ਜੀ ਉਹ ਚਾਹੀਦਾ। ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਜਸਟਿਸ ਹੁੰਦੇ ਸਮੇਂ 1996 ਦੇ ਵਿੱਚ ਜਿਹੜੇ ਦੰਗਾ ਪੀੜਤ ਸੀਗੀ ਜੀ ਉਹਨਾਂ ਨੂੰ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਦੇ ਵਿੱਚ ਵਾਧਾ ਜਿਹੜਾ ਉਹ ਕੀਤਾ ਸੀਗਾ। ਆਪਣੇ ਸੰਬੋਧਨ ਦੇ ਵਿੱਚ ਸਾਬਕਾ ਜਸਟਿਸ ਅਨਿਲ ਦੇਵ ਸਿੰਘ ਹੋਰਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ 1984 ਦੇ ਕਤਲੇਆਮਾਂ ਦੇ ਗਵਾਹਾਂ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਗਈ। ਇਸ ਮਾਮਲੇ ਦੇ ਦੋਸ਼ੀਆਂ ਦੇ ਵਿੱਚ ਡਰ ਪੈਦਾ ਕਰਨ ਦੀ ਲੋੜ ਹੈ ਤੇ ਨਿਸ਼ਚਿਤ ਤੌਰ ਦੇ ਉੱਤੇ ਉਹਨਾਂ ਨੂੰ ਸਜ਼ਾ ਜਿਹੜੀ ਹੈ ਜੀ ਉਹ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਰਕਾਰੀ ਅਫਸਰ ਨੇ ਉਹਨਾਂ ਨੂੰ ਜਵਾਬਦੇਹੀ ਉਹਨਾਂ ਦੀ ਬਣਾਈ ਜਾਵੇ, ਉਹਨਾਂ ਦੀ ਭਾਈਵਾਲੀ ਜਿਹੜੀ ਹੈ ਜੀ ਉਹ ਇਹਦੇ ਵਿੱਚ ਜੇ ਪਾਈ ਜਾਵੇ ਤਾਂ ਕੁਝ ਗਵਾਹ ਜਿਹੜੇ ਨੇ ਜੀ ਉਹ ਸਾਹਮਣੇ ਆ ਸਕਦੇ ਨੇ। ਇਹ ਮੁੱਦਾ ਵੀ ਇਸ ਫੋਰਮ ਦੇ ਵਿੱਚ ਜਿਹੜਾ ਜੀ ਉਹ ਬਾਰ-ਬਾਰ ਉੱਠਦਾ ਰਿਹਾ ਕਿ ਇਸ ਵੇਲੇ ਬੇਸ਼ੱਕ CBI ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਉਹਦੀ ਅੱਗੋਂ ਜਿਹੜੀ ਹੈ ਜੀ ਇਨਕੁਆਇਰੀ ਚੱਲ ਰਹੀ ਹੈ, ਪਰ ਪਿਛਲੇ ਦਿਨੀ ਜਿਹੜੀ ਇੱਕ ਬਹੁਤ ਚਰਚਿਤ ਰਹੀ ਕਿ ਵਿਦੇਸ਼ ਤੋਂ ਆਇਆ ਇੱਕ ਜਿਹੜਾ ਚਸ਼ਮਦੀਦ ਸੀਗਾ ਜੀ ਉਹਦੀ ਗਵਾਹੀ ਤੱਕ ਰਿਕਾਰਡ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ। ਜਿਹੜੇ ਇਹਨਾਂ ਕਤਲੇਆਮ ਦੇ ਵਾਸਤੇ ਲੜਨ ਵਾਲੇ ਨੇ ਜੀ ਉੱਘੇ ਵਕੀਲ HS ਫੂਲਕਾ ਉਹਨਾਂ ਨੇ ਇਹ ਗੱਲ ਆਖੀ ਜੀ ਇਸ ਫੋਰਮ ਦੇ ਵਿੱਚ ਕਿ ਜਦੋਂ ਤੱਕ ਅਸੀਂ ਅਪਰਾਧੀਆਂ ਨੂੰ ਇਨਸਾਫ ਦੇ ਕਟਹਿਰੇ ਦੇ ਵਿੱਚ ਖੜਾ ਨਹੀਂ ਕਰਦੇ ਉਦੋਂ ਤੱਕ ਅਸੀਂ ਹਾਰ ਜਿਹੜੀ ਹੈ ਜੀ ਉਹ ਨਹੀਂ ਮੰਨਾਂਗੇ ਤਾਂ ਕਿ ਕੋਈ ਦੁਬਾਰਾ ਆਪਣੀ ਸ਼ਕਤੀ ਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਨਾ ਕਰੇ। ਜੀ ਜੀ ਅੱਗੇ ਆਪਾਂ ਜੇ ਵਧੀਏ, ਇਹ ਸਾਬਕਾ ਫੌਜੀਆਂ ਦੇ ਉੱਤੇ ਸਿਆਸਤ ਮਗਦੀ ਜਾ ਰਹੀ ਆ। ਸਿਖਰ ਤੁਸੀਂ ਕਹ ਲਓ ਕਿ ਇਸ ਵੇਲੇ ਰਾਜਧਾਨੀ ਜਿਹੜੀ ਆ ਉਹ ਸਿਖਰ ਬਣੀ ਪਈ ਆ ਇਸ ਸਿਆਸਤ ਦਾ ਜੀ। ਇੱਕ ਸਾਬਕਾ ਜਿਹੜਾ ਫੌਜੀ ਸੀਗਾ ਜੀ ਰਾਮ ਕਿਸ਼ਨ ਗਰੇਵਾਲ 70 ਸਾਲਾਂ ਦਾ, ਐਕਚੁਅਲੀ ਉਹਦੇ ਇਹ ਜਿਹੜਾ ਜੀ ਜ਼ਹਿਰ ਨਿਗਲ ਲੈਣ ਤੋਂ ਬਾਅਦ ਉਹਦੀ ਹੋਈ ਮੌਤ ਨੇ ਦਿੱਲੀ ਦੇ ਵਿੱਚ ਜਿਹੜਾ ਜੀ ਇੱਕਦਮ ਹੀ ਇਸ ਮੁੱਦੇ ਨੂੰ ਸਿਖਰ ਦੇ ਉੱਤੇ ਲਿਆਂਦਾ ਜੀ। ਕੱਲ ਦੁਪਹਿਰ ਤੋਂ ਜਿਹੜੀ ਸੀਗੀ ਜੀ ਜਲਦੀ ਇਹ ਅਜੇ ਵੀ ਇਹਦੇ ਉੱਤੇ ਨਿਰੰਤਰ ਜਿਹੜੀਆਂ ਜੀ ਉਹ ਖਬਰਾਂ ਆ ਰਹੀਆਂ ਨੇ। ਸਭ ਤੋਂ ਪਹਿਲਾਂ ਮਨੀਸ਼ ਸਿਸੋਦੀਆ ਜਿਹੜੇ ਕਿ ਇਸ ਪਰਿਵਾਰ ਦਾ ਹਾਲ ਚਾਲ ਪੁੱਛਣ ਲਈ ਹਸਪੀਟਲ ਗਏ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ। ਮੁੜ ਕੇ ਰਾਹੁਲ ਗਾਂਧੀ ਨੇ ਮਿਲਣ ਦੀ ਕੋਸ਼ਿਸ਼ ਕੀਤੀ, ਰਾਹੁਲ ਗਾਂਧੀ ਨੂੰ ਵੀ ਜਿਹੜਾ ਸੀਗਾ ਜੀ ਉਹ ਹਿਰਾਸਤ ਦੇ ਵਿੱਚ ਲਿਆ ਗਿਆ। ਸ਼ਾਮ ਹੁੰਦਿਆਂ ਹਾਲਾਤ ਇਹ ਬਣ ਗਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਪੁਲਿਸ ਨੇ ਜਿਹੜਾ ਜੀ ਉਹ ਹਿਰਾਸਤ ਦੇ ਵਿੱਚ ਲੈ ਲਿਆ। ਸੰਜੇ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਹਿਰਾਸਤ ਦੇ ਵਿੱਚ ਲਿਆ ਗਿਆ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਖਿਚਾਈ ਜਿਹੜੀ ਹੈ ਜੀ ਉਹ ਦਿੱਲੀ ਦੀ ਪੁਲਿਸ ਦੀ ਕੀਤੀ ਜਾ ਰਹੀ ਹੈ ਕਿ ਉਹਨੇ ਇਹ ਕਾਰਵਾਈ ਜਿਹੜੀ ਸੀਗੀ ਉਹ ਕਿਉਂ ਪਾਈ। ਦਿੱਲੀ ਦੀ ਪੁਲਿਸ ਇਹ ਕਹਿੰਦੀ ਆ ਕਿ ਜਿਹੜਾ ਹਸਪੀਟਲ ਆ ਉਹ ਉੱਥੇ ਜਾ ਕੇ ਇੱਦਾਂ ਮੁਲਾਕਾਤਾਂ ਜਿਹੜੀਆਂ ਜੀ ਉਹ ਨਹੀਂ ਕੀਤੀਆਂ ਜਾ ਸਕਦੀਆਂ। ਉਹਨਾਂ ਨੇ ਇਸ ਕਰਕੇ ਇਹ ਕਾਰਵਾਈ ਜਿਹੜੀ ਪਾਈ ਕਿ ਉੱਥੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਜਿਹੜੀ ਉਹ ਨਾ ਆਵੇ। ਜੇ ਦਿੱਲੀ ਦੀ ਪੁਲਿਸ ਜਿਹੜੀ ਹੈ ਇਸ ਕਿਸਮ ਦੀ ਕਾਰਵਾਈ ਨਾ ਕਰਦੀ ਤੇ ਇਹ ਮਾਮਲਾ ਇੰਨਾ ਜਿਹੜਾ ਉਹ ਨਹੀਂ ਸੀ ਮਗਣਾ ਜਿੰਨਾ ਇਹ ਜਿਹੜਾ ਜੀ ਉਹ ਮਘਾ ਦਿੱਤਾ ਗਿਆ। ਜਿਹੜਾ ਸਾਬਕਾ ਸੂਬੇਦਾਰ ਰਾਮ ਕਿਸ਼ਨ ਗਰੇਵਾਲ ਸੀਗਾ ਜੀ ਉਹਨੇ ਇੱਕ ਖੁਦਕੁਸ਼ੀ ਨੋਟ ਜਿਹੜਾ ਉਹ ਲਿਖਿਆ ਆਪਣੀ ਜਾਨ ਦੇਣ ਤੋਂ ਪਹਿਲਾਂ। ਉਹਨੇ ਇਹ ਲਿਖਿਆ ਕਿ ਉਹ ਦੇਸ਼ ਦੇ ਬਹਾਦਰ ਸਾਥੀ ਜਵਾਨਾਂ ਲਈ ਆਪਣੀ ਜਾਨ ਜਿਹੜੀ ਹੈ ਜੀ ਉਹ ਦੇਣ ਜਾ ਰਿਹਾ। ਉਹ ਜਿਹੜਾ ਉਹਨੇ ਦਸਤਾਵੇਜ਼ ਦੇਣਾ ਸੀਗਾ ਜੀ ਰੱਖਿਆ ਮੰਤਰਾਲੇ ਨੂੰ, ਉਹਦੇ ਨਾਲ ਉਹਨੇ ਇਹ ਖੁਦਕੁਸ਼ੀ ਨੋਟ ਵੀ ਜਿਹੜਾ ਉਹ ਲਿਖਿਆ ਹੋਇਆ ਜੀ। ਗਰੇਵਾਲ ਨੇ ਇਹ ਗੱਲ ਜਿਹੜੀ ਜੀ ਕਹੀ ਕਿ ਇੱਕ ਰੈਂਕ ਇੱਕ ਪੈਨਸ਼ਨ ਆਪਣੇ ਸਾਥੀ ਜਵਾਨਾਂ ਨੂੰ ਜਿਨ੍ਹਾਂ ਨੂੰ ਬਣਦਾ ਮਾਣ ਨਹੀਂ ਮਿਲਿਆ ਉਹਨਾਂ ਦੇ ਵਾਸਤੇ ਉਹ ਆਪਣੀ ਜਾਨ ਜਿਹੜੀ ਜੀ ਉਹ ਦੇ ਰਿਹਾ। ਨਿਰਸੰਦੇਹ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਰਾਜਧਾਨੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਸਿਆਸਤ ਐਡੀ ਛੇਤੀ ਹੁਣ ਖਤਮ ਹੋਣ ਵਾਲੀ ਨਹੀਂ ਆ, ਉਹ ਵੀ ਉਦੋਂ ਜਦੋਂ ਕਿ ਪਾਰਲੀਮੈਂਟ ਦਾ ਜਿਹੜਾ ਜੀ ਉਹ ਸੈਸ਼ਨ ਸ਼ੁਰੂ ਹੋਣ ਵਾਲਾ ਜੀ। ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਤੇ ਉੱਤੋਂ ਇਲੈਕਸ਼ਨਾਂ ਵੀ ਕਈ ਸੂਬਿਆਂ 'ਚ ਆ ਰਹੀਆਂ ਨੇ। ਅਗਲੀ ਜੇ ਆਪਾਂ ਗੱਲ ਕਰੀਏ, ਤਰਨਤਾਰਨ ਦੇ ਵਿੱਚ ਇੱਕ ਦਲਿਤ ਮੁੰਡੇ ਨੂੰ ਨੰਗੇ ਕਰਕੇ ਘੁਮਾਇਆ ਗਿਆ।
ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਪੰਜਾਬ ਦੇ ਵਿੱਚ ਦਲਿਤਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜੀਆਂ ਜੀ ਉਹ ਤਕਰੀਬਨ ਹਫ਼ਤੇ 2 ਹਫ਼ਤਿਆਂ ਬਾਅਦ ਕੋਈ ਨਾ ਕੋਈ ਨਵੀਂ ਜਿਹੜੀ ਆ ਜੀ ਉਹ ਆ ਜਾਂਦੀ ਹੈ। ਚਾਹੇ ਉਹ ਅਬੋਹਰ ਦੇ ਵਿੱਚ ਹੋਇਆ ਭੀਮ ਟਾਂਕ ਹੋਵੇ, ਚਾਹੇ ਜਿਹੜਾ ਜੀ ਸਰੰਗਣਾ ਦੇ ਵਿੱਚ ਮੁੰਡਾ ਜਿਹੜਾ ਸੀਗਾ ਜੀ ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਉਹਦੇ ਅੰਗ ਵੱਢ ਕੇ ਜਿਹੜਾ ਜੀ ਉਹ ਕਤਲ ਕਰ ਦਿੱਤਾ ਗਿਆ ਸੀ। ਬੇਸ਼ੱਕ ਉਹਨਾਂ ਘਟਨਾਵਾਂ ਦੇ ਵਿੱਚ ਸ਼ਰਾਬ ਮਾਫੀਏ ਦਾ ਬਹੁਤ ਵੱਡਾ ਹੱਥ ਸੀਗਾ, ਇਹਦੇ ਵਿੱਚ ਸ਼ਰਾਬ ਮਾਫੀਏ ਦਾ ਹੱਥ ਤਾਂ ਨਹੀਂ ਹੈਗਾ, ਪਰ ਤੁਸੀਂ ਜਿਹੜਾ ਇਹ ਅਕਲੋਂ ਖਾਲੀ ਮਾਫੀਆ ਜਿਹੜਾ ਜੀ ਉਹਦਾ ਹੱਥ ਜਿਹੜਾ ਜ਼ਰੂਰ ਕਿਹਾ ਜਾ ਸਕਦਾ। ਗੱਲ ਕੁਛ ਵੀ ਏਡੀ ਨਹੀਂ ਸੀਗੀ ਵੱਡੀ, ਜਿਹੋ ਜਿਹਾ ਕੁਛ ਇਹ ਕੀਤਾ ਗਿਆ। ਤਰਨਤਾਰਨ ਦੇ ਨਜ਼ਦੀਕ ਪਿੰਡ ਪੈਂਦਾ ਜੀ ਪੱਖੋ ਕੇ, ਉੱਥੇ ਜਿਹੜਾ ਇੱਕ ਜ਼ਿਮੀਂਦਾਰ ਪਰਿਵਾਰ ਹੈ ਜੀ ਉਹਨੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਜਿਹੜਾ ਸੀਗਾ ਜੀ ਪਿੰਡ ਦੇ ਇੱਕ ਦਲਿਤ ਮੁੰਡੇ ਦੀ ਬਹੁਤ ਬੁਰੇ ਤਰੀਕੇ ਦੇ ਨਾਲ ਮਾਰ ਕੁੱਟ ਕੀਤੀ। ਮੁੜ ਕੇ ਜਿਹੜਾ ਸੀਗਾ ਜੀ ਉਹਦੇ ਕੱਪੜੇ ਲੁਹਾ ਕੇ ਉਹਨੂੰ ਨਿਰਵਸਤਰ ਜਿਹੜਾ ਸੀਗਾ ਉਹ ਕਰਕੇ ਪਿੰਡ ਦੇ ਵਿੱਚ ਘੁਮਾਇਆ ਗਿਆ। ਇਹ ਲੜਕਾ ਜਿਹਦੇ ਉੱਤੇ ਤਸ਼ੱਦਦ ਹੋਇਆ ਉਹਦਾ ਨਾਮ ਅੰਮ੍ਰਿਤਪਾਲ ਸਿੰਘ ਜਿਹੜਾ ਜੀ ਉਹ ਦੱਸੀਦਾ, ਉਹ ਤਰਨਤਾਰਨ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੈ। ਪੈਂਚਰ ਲਾਉਣ ਦਾ ਜਿਹੜਾ ਜੀ ਉਹ ਕੰਮ ਕਰਦਾ। ਗੱਲ ਕੁਛ ਵੀ ਨਹੀਂ ਸੀਗੀ, ਜਿਹੜਾ ਗੁਰਮੀਤ ਸਿੰਘ ਤੇ ਉਹਦੇ ਜਿਹੜੇ ਮੁੰਡੇ ਸੀਗੇ ਉਹਨਾਂ ਦੇ ਨਾਲ ਸਿਰਫ ਤੂੰ ਮੈਂ ਜਿਹੜੀ ਆ ਜੀ ਉਹ ਹੋਈ ਆ ਦੀਵਾਲੀ ਵਾਲੀ ਜਿਹੜਾ ਜੀ ਉਹ ਰਾਤ ਨੂੰ। ਔਰ ਇਹ ਦੀਵਾਲੀ ਵਾਲੀ ਰਾਤ ਨੂੰ ਜਿਹੜੀ ਤੂੰ ਮੈਂ ਹੋਈ ਜੀ ਕੁਛ ਵੀ ਨਹੀਂ ਸੀਗਾ, ਸਿਰਫ ਆਤਿਸ਼ਬਾਜ਼ੀ ਨੂੰ ਚਲਾਉਣ ਨੂੰ ਲੈ ਕੇ ਜਿਹੜਾ ਹੋਈ। ਔਰ ਉਦੋਂ ਬਾਅਦ ਇਹ ਕਹਾਣੀ ਜਿਹੜੀ ਸੀ ਉਹ ਵੱਧਦੀ ਗਈ। ਇਹ ਆਪਣੀ ਗੱਡੀ ਜਿਹੜੀ ਉਹ ਲੈ ਕੇ ਆ ਗਏ, ਉਹਨੂੰ ਚੁੱਕ ਕੇ ਲੈ ਗਏ ਔਰ ਉਹਨੂੰ ਜਿਹੜਾ ਜੀ ਜਦੋਂ ਕੁੱਟਣ ਲੱਗੇ ਤਾਂ ਉਹਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਉਹਨੂੰ ਨਹਿਰ ਚੋਂ ਬਾਅਦ ਕੱਢ ਕੇ ਇਹਨਾਂ ਨੇ ਉਹਦੇ ਕੱਪੜੇ ਲੁਹਾ ਕੇ ਪਿੰਡ ਦੇ ਵਿੱਚ ਜਿਹੜਾ ਜੀ ਉਹਦੇ ਗੇੜੇ ਲਵਾਏ। ਕੁੱਟ ਮਾਰ ਦੀ ਵਜ੍ਹਾ ਕਰਕੇ ਇਸ ਵੇਲੇ ਹਸਪੀਟਲ ਦੇ ਵਿੱਚ ਇਸ ਮੁੰਡੇ ਦੀ ਹਾਲਤ ਜਿਹੜੀ ਹੈ ਜੀ ਉਹ ਨਾਜ਼ੁਕ ਬਣੀ ਹੋਈ ਆ। ਪੁਲਿਸ ਕਹਿੰਦੀ ਆ ਕਿ ਉਹਨੇ ਆਇਡੈਂਟੀਫਾਈ ਕੁਝ ਬੰਦੇ ਜਿਹੜੇ ਉਹ ਕਰ ਲਏ ਆ ਤੇ ਬਾਕੀ ਅਜੇ ਉਹਦੀ ਛਾਣਬੀਣ ਜਾਰੀ ਹੈ ਜੀ। ਅੱਗੇ ਆਪਾਂ ਜੇ ਗੱਲ ਕਰੀਏ ਪੰਨੂ ਜੀ ਵੀ 3000 ਕਰੋੜ ਦੀਆਂ ਨਸ਼ੀਲੀਆਂ ਜਿਹੜੀਆਂ ਵਸਤਾਂ ਪਦਾਰਥ ਆ ਉਹ ਫੜੇ ਗਏ ਆ, ਇੱਕ ਫਿਲਮ ਨਿਰਮਾਤਾ ਅੜਿੱਕਿਆ ਆ। ਇਹ ਹੁਣ ਤੱਕ ਦੀ ਜਿੰਨੇ ਨਸ਼ੇ ਜਿਹੜੇ ਫੜੇ ਜਾਂਦੇ ਨੇ ਇੱਥੇ ਜੀ ਉਹ ਇਹਦੀ ਸਭ ਤੋਂ ਵੱਡੀ ਰਿਕਵਰੀ ਜਿਹੜੀ ਆ ਉਹ ਕਹੀ ਜਾ ਰਹੀ ਹੈ ਜੀ। ਔਰ ਹੈਰਾਨਗੀ ਹੋਊਗੀ ਜਿਹੜੇ ਸੁਣਨ ਵਾਲਿਆਂ ਨੂੰ ਕਿ ਜਿਹੜੀ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਹੈ DRI, ਉਹਨੇ ਉਦੈਪੁਰ ਦੀ ਇੱਕ ਫੈਕਟਰੀ ਦੇ ਵਿੱਚ ਕੁਝ ਜਿਹੜੀ ਜਾਣਕਾਰੀ ਸੀ ਉਹਦੇ ਆਧਾਰ ਦੇ ਉੱਤੇ ਛਾਪਾ ਮਾਰਿਆ ਤਾਂ 3000 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜਿਹੜਾ ਜੀ ਉਹ ਫੜਿਆ ਗਿਆ। ਔਰ ਇਹਦੇ ਸੰਬੰਧੀ ਹਿੰਦੀ ਫਿਲਮ ਨਿਰਮਾਤਾ ਸੁਭਾਸ਼ ਦੁਧਾਨੀ ਜਿਹੜਾ ਜੀ ਉਹਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸੁਭਾਸ਼ ਦੁਧਾਨੀ ਉਹ ਆ ਜੀ ਜਿਹੜਾ ਪਿੱਛੇ ਜੇ ਇੱਕ ਵਿਕਲਪ ਫਿਲਮ ਕਰਕੇ ਵਾਹਵਾ ਮਸ਼ਹੂਰ ਹੋਇਆ ਸੀਗਾ ਤੇ ਇਹ ਪੈਸੇ ਇਕੱਠੇ ਕਰਨ ਲਈ ਵਿਕਲਪ ਹੋਰ ਹੀ ਲੱਭਦਾ ਫਿਰਦਾ ਸੀ ਸ਼ਾਇਦ। ਸੋ DRI ਦੇ ਜਿਹੜੇ ਅਧਿਕਾਰੀ ਨੇ ਜੀ ਉਹਨਾਂ ਨੇ ਉਦੈਪੁਰ ਦੀ ਮਰੂਧਰ ਡਰਿੰਕਸ ਫੈਕਟਰੀ ਹੈ ਜੀ ਜਿਹੜੀ ਛਾਪਾ ਮਾਰਿਆ। ਉੱਥੇ ਇੱਕ ਕਮਰੇ ਦੇ ਵਿੱਚੋਂ ਇਹ ਜਿਹੜੀਆਂ ਪਾਬੰਦੀ ਸ਼ੁਦਾ ਦਵਾਈਆਂ ਦੇ ਡੱਬੇ ਜਿਹੜੇ ਨੇ ਉਹ ਮਿਲੇ ਨੇ। ਇਹਨਾਂ ਦਾ ਭਾਰ ਜਿਹੜਾ ਜੀ ਕੋਈ 23.5 ਟਨ ਜਿਹੜਾ ਉਹ ਦੱਸਿਆ ਗਿਆ। ਔਰ ਇਸ ਛਾਪੇ ਦੇ ਵਿੱਚ ਜਿਹੜੀ ਹੈ ਜੀ ਇਹ ਦਵਾਈ ਫੜੀ ਗਈ। ਇਹਦੀ ਖੁੱਲੀ ਮੰਡੀ ਦੇ ਵਿੱਚ ਜਿਹੜੀ ਕੀਮਤ ਆ ਉਹ 3000 ਕਰੋੜ ਰੁਪਏ ਜਿਹੜੀ ਹੈ ਜੀ ਉਹ ਦੱਸੀ ਦੀ ਆ। ਸਿੰਡੀਕੇਟ ਦੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਫੰਡ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਜਿਹੜੇ DRI ਦੇ ਸੂਤਰ ਨੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀਗੀ ਕਿ ਇੱਥੇ ਦਵਾਈਆਂ ਹੈਗੀਆਂ ਨੇ, ਪਰ ਉਹ ਕਹਿੰਦੇ ਕਿ ਜਦੋਂ ਜਿੰਨੀ ਦੇਰ ਤੱਕ ਅਸੀਂ ਬਰਾਮਦ ਨਹੀਂ ਕਰ ਲਈਆਂ ਸਾਰੀਆਂ ਦਵਾਈਆਂ ਦੀ ਉਨੀ ਦੇਰ ਤੱਕ ਸਾਨੂੰ ਇਹ ਯਕੀਨ ਨਹੀਂ ਸੀਗਾ ਕਿ ਏਡੀ ਵੱਡੀ ਜਿਹੜੀ ਹੈ ਜੀ ਉਹ ਖੇਪ ਇੱਥੋਂ ਫੜੀ ਜਾ ਸਕਦੀ ਹੈ। ਦੱਸਿਆ ਇਹ ਗਿਆ ਜੀ ਕਿ ਰਾਜਸਥਾਨ ਦੇ ਵਿੱਚ ਤਿਆਰ ਹੋਈ ਆ, ਇਹਨੂੰ ਮੋਜ਼ੰਬੀਕ ਤੇ ਜਾਂ ਦੱਖਣੀ ਅਫਰੀਕਾ ਜਿਹੜਾ ਜੀ ਉਹ ਭੇਜਿਆ ਜਾਣਾ ਸੀਗਾ। DRI ਇਹ ਕਹਿੰਦੀ ਹੈ ਕਿ ਹੁਣ ਤੱਕ ਈਵਨ ਮੁਲਕ ਦੇ ਵਿੱਚ ਜਿਹੜੇ ਫੜੇ ਜਾਂਦੇ ਨੇ ਨਸ਼ੀਲੇ ਪਦਾਰਥ ਉਹਨਾਂ ਦੇ ਵਿੱਚੋਂ ਇਹ ਸਭ ਤੋਂ ਵੱਡੀ ਖੇਪ ਹੈ ਜੀ ਜਿੰਨੀ ਇਹ ਫੜੀ ਗਈ ਹੈ। ਜੀ ਅੱਗੇ ਆਪਾਂ ਗੱਲ ਕਰਦੇ ਹਾਂ ਨਵਜੋਤ ਸਿੱਧੂ ਹੁਣਾਂ ਦੀ ਆਪ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਕਹਿੰਦੇ ਜੀ ਟੁੱਟ ਗਈ ਆ ਤੇ ਕਾਂਗਰਸ ਦੇ ਵੱਲ ਨੂੰ ਵੱਧ ਰਹੇ ਨੇ ਤੇ ਉਸ ਨੂੰ ਲੈ ਕੇ ਕਾਫੀ ਖਲਬਲੀ ਮਚੀ ਹੋਈ ਆ। ਜਿਹੜਾ ਇਹ ਆਖਿਆ ਗਿਆ ਜੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਉਹਦੀ ਦੁਬਾਰਾ ਗੱਲਬਾਤ ਜਿਹੜੀ ਚੱਲਣੀ ਸ਼ੁਰੂ ਹੋਈ ਸੀ ਜਦੋਂ ਇੱਥੇ ਪਿਛਲੇ ਦਿਨੀ ਆਏ ਨੇ ਜੀ ਅਰਵਿੰਦ ਕੇਜਰੀਵਾਲ ਹੋਰੀ, ਉਦੋਂ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ। ਪਰ ਹੁਣ ਇਹ ਜਿਹੜੀ ਗੱਲਬਾਤ ਆ ਜੀ ਕਿਸੇ ਤਣ ਪੱਤਣ ਨਹੀਂ ਲੱਗੀ। ਸੂਤਰ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ 25 ਤੋਂ 30 ਦੇ ਕਰੀਬ ਜਿਹੜੀਆਂ ਸੀਟਾਂ ਉਹ ਇਹ ਮੰਗਦੇ ਸੀਗੇ। ਉਪ ਮੁੱਖ ਮੰਤਰੀ ਦਾ ਅਹੁਦਾ ਮੰਗਦੇ ਸੀਗੇ, ਮਿਨਿਸਟਰੀਆਂ ਦੇ ਵਿੱਚ ਭਾਈਵਾਲੀ ਮੰਗਦੇ ਸੀਗੇ ਤੇ ਇਹ ਵੀ ਪੁੱਛਦੇ ਸੀਗੇ ਕਿ ਇਹ ਦੱਸੋ ਕਿ ਤੁਹਾਡਾ ਮੁੱਖ ਮੰਤਰੀ ਜਿਹੜਾ ਜੀ ਉਹ ਕੌਣ ਹੋਊਗਾ ਤਾਂ ਕਿ ਸਾਨੂੰ ਇਹ ਪਤਾ ਹੋਵੇ ਕਿ ਅਸੀਂ ਕਿਹਦੇ ਅੰਡਰ ਜਿਹੜਾ ਜੀ ਉਹ ਕੰਮ ਕਰਨਾ। ਇਹ ਮਾਮਲਾ ਜਿਹੜਾ ਜੀ ਲੱਗਿਆ ਨਹੀਂ ਸਿਰੇ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ 6 ਤੋਂ 7 ਸੀਟਾਂ
ਉਹਨਾਂ ਨੂੰ ਦੇਣ ਦੇ ਵਾਸਤੇ ਰਾਜੀ ਸੀਗੀ। ਇੰਨੀਆਂ ਸੀਟਾਂ ਦੇ ਵਾਸਤੇ ਉਹਨਾਂ ਨੇ ਸਮਝੌਤਾ ਜਿਹੜਾ ਜੀ ਉਹ ਨਹੀਂ ਕੀਤਾ। ਦੂਸਰਾ, ਇੱਕ ਪਰਿਵਾਰ ਇੱਕ ਟਿਕਟ ਵਾਲਾ ਜਿਹੜਾ ਮੁੱਦਾ ਸੀਗਾ ਉਹ ਵੀ ਕਿਤੇ ਨਾ ਕਿਤੇ ਫੇਰ ਆੜੇ ਜਿਹੜਾ ਜੀ ਆਇਆ, ਜਿਹਦੇ ਕਰਕੇ ਇਹ ਮਾਮਲਾ ਸਿਰੇ ਨਹੀਂ ਚੜ ਸਕਿਆ। ਉਧਰ ਕਾਂਗਰਸ ਦੇ ਜਿਹੜੇ ਜੀ ਸੰਪਰਕ ਦੇ ਵਿੱਚ ਦੱਸੀ ਦੇ ਨੇ ਜਿਹੜੇ ਸਿੱਧੂ ਹੋਰਾਂ ਦਾ ਧੜਾ, ਹੁਣ ਕਾਂਗਰਸ ਦੇ ਅੰਦਰ ਜਿਹੜਾ ਜੀ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਖਲਾਰਾ ਜਿਹਾ ਉਹ ਪਿਆ ਹੋਇਆ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੀ ਅਜੇ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਾਂਗਰਸ ਦੇ ਵਿੱਚ ਜਿਹੜਾ ਉਹ ਆ ਜਾਣ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦਾ ਧੜਾ ਜਿਹੜਾ ਜੀ ਉਹ ਇੱਥੇ ਕਾਂਗਰਸ ਦੇ ਵਿੱਚ ਆਵੇ। ਉਹ ਇਹ ਤਾਂ ਕਹਿੰਦੇ ਨੇ ਕਿ ਪ੍ਰਗਟ ਸਿੰਘ ਆਉਣਾ ਚਾਹੁੰਦਾ ਤੇ ਉਹਨੂੰ ਲੈ ਲਿਆ ਜਾਵੇ, ਪਰ ਨਵਜੋਤ ਸਿੰਘ ਸਿੱਧੂ ਨੂੰ ਨਹੀਂ। ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਜੀ ਉਹ ਭੁੱਲੇ ਨਹੀਂ ਕਿ ਉਹਨਾਂ ਦੀ ਪ੍ਰਧਾਨਗੀ ਕਿਹੜੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੋਹੀ ਸੀ। ਇਸ ਕਰਕੇ ਕਿਤੇ ਨਾ ਕਿਤੇ ਉਹ ਤੱਤੇ ਪਾਣੀ ਦੇ ਵਿੱਚ ਤਾਂ ਪਾਉਣਾ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੋਰੀ ਨੇ ਉਹਨਾਂ ਨੂੰ ਵੀ, ਕਿਉਂਕਿ ਉਪ ਮੁੱਖ ਮੰਤਰੀ ਦੀ ਗੱਲ ਜਿਹੜੀ ਉਹ ਕਹਿ ਕੇ ਲਿਆਂਦਾ ਗਿਆ ਸੀਗਾ, ਸੋ ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜੇ ਜੀ ਸੁੰਨ ਹੋਏ ਪਏ ਨੇ ਵੀ ਇਹ ਕੀ ਹੋ ਰਿਹਾ। ਇਹ ਜਿਹੜੇ ਜੇ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਤੇ ਉਹਨਾਂ ਦਾ ਵੇਟ ਜਿਹੜਾ ਜੀ ਉਹ ਪਾਰਟੀ ਦੇ ਵਿੱਚ ਘਟੂਗਾ। ਇਹ ਵੀ ਕੁਝ ਸੂਤਰ ਦੱਸਦੇ ਨੇ ਕਿ ਕੱਲ ਜਿਹੜੀ ਇਹਦੇ ਸਬੰਧ ਦੇ ਵਿੱਚ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਜਿਹੜੀ ਅਹਿਮ ਲੀਡਰਸ਼ਿਪ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਹੋਰੀ ਤਾਂ ਸ਼ਾਮਲ ਸੀਗੇ, ਪਰ ਇਸ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਨਹੀਂ ਸੱਦਿਆ ਗਿਆ। ਇਹਨੂੰ ਲੈ ਕੇ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਜੀ ਉਹ ਪੰਜਾਬ ਦੀ ਰਾਜਨੀਤੀ ਤੇ ਖਾਸ ਤੌਰ ਦੇ ਉੱਤੇ ਪੰਜਾਬ ਕਾਂਗਰਸ ਦੇ ਅੰਦਰ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਜੀ ਜੀ, ਅਗਲੀ ਆਪਾਂ ਜੇ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਦੇ ਜਿਹੜੇ 27 ਵਿਧਾਇਕਾਂ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ, ਇਹ ਜਿਹੜੀ ਇਹਦੀ ਇੱਕ ਨਵੀਂ ਮੁਸੀਬਤ ਜਿਹੜੀ ਆਮ ਆਦਮੀ ਪਾਰਟੀ ਤੇ ਆ ਰਹੀ ਹੈ ਕਿ 27 ਵਿਧਾਇਕ ਜਿਹੜੇ ਨੇ ਜੀ ਉਹਨਾਂ ਨੂੰ ਲਾਭ ਵਾਲੇ ਦੂਰੇ ਅਹੁਦੇ ਦੇ ਸਬੰਧ ਦੇ ਵਿੱਚ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਹੈ। ਇਹ ਪਟੀਸ਼ਨ ਜੂਨ ਦੇ ਵਿੱਚ ਦਾਇਰ ਕਰਕੇ 27 ਵਿਧਾਇਕਾਂ ਨੂੰ ਬਰਖਾਸਤ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਸੀ, ਜਿਹਨੂੰ ਰਾਸ਼ਟਰਪਤੀ ਭਵਨ ਨੇ ਚੋਣ ਕਮਿਸ਼ਨ ਦੇ ਕੋਲੇ ਭੇਜਿਆ ਸੀਗਾ। ਇਹਨਾਂ 27 ਦੇ ਵਿੱਚੋਂ 7 ਵਿਧਾਇਕ ਜਿਨ੍ਹਾਂ ਨੂੰ ਪਾਰਲੀਮਾਨੀ ਸੈਕਟਰੀ ਬਣਾਇਆ ਗਿਆ ਸੀਗਾ ਵਿਰੁੱਧ ਲਾਭ ਦੇ 2 ਅਹੁਦੇ ਹੋਣ ਦਾ ਮਾਮਲਾ ਪਹਿਲਾਂ ਹੀ ਜਿਹੜਾ ਜੀ ਉਹ ਸੁਣਵਾਈ ਦੇ ਅਧੀਨ ਹੈ। ਇਹ ਜਿਹੜੀ ਸੂਚੀ ਹੈ ਇਹਦੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ, ਡਿਪਟੀ ਸਪੀਕਰ ਰਾਖੀ ਬਿਰਲਾ, ਸਾਬਕਾ ਡਿਪਟੀ ਸਪੀਕਰ ਬੰਦਨਾ ਕੁਮਾਰੀ, ਵਿਧਾਇਕ ਪੰਕਜ ਪੁਸ਼ਕਰ ਜਿਹੜੇ ਸਵਰਾਜ ਅਭਿਆਨ ਦਾ ਹਿੱਸਾ ਬਣ ਗਿਆ ਸੀਗਾ ਉਹ ਵੀ ਸ਼ਾਮਲ ਹੈ ਜੀ। ਔਰ 11 ਨਵੰਬਰ ਤੱਕ ਇਹਦਾ ਜਵਾਬ ਦਾਖਲ ਕਰਨ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਗਿਆ। ਇਹ ਪਟੀਸ਼ਨ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਨਵੇਂ ਵਿਧਾਇਕ ਜਿਹੜੇ ਨੇ ਉਹ ਲਾਭ ਦੇ ਦੂਰੇ ਅਹੁਦੇ ਦੇ ਘੇਰੇ ਦੇ ਵਿੱਚ ਇਸ ਲਈ ਆਏ ਕਿਉਂਕਿ ਉਹਨਾਂ ਨੂੰ ਦਿੱਲੀ ਦੇ ਵੱਖ-ਵੱਖ ਜਿਹੜੀਆਂ ਹਸਪੀਟਲ ਸੀਗੇ ਜੀ ਉਹਨਾਂ ਦੇ ਵਿੱਚ ਰੋਗੀ ਕਲਿਆਣ ਸਮਿਤੀਆਂ ਜਿਹੜੀਆਂ ਸੀਗੀਆਂ ਜੀ ਉਹਦੇ ਚੇਅਰਪਰਸਨ ਬਣਾ ਦਿੱਤਾ ਗਿਆ। ਔਰ ਇਹ ਕਾਨੂੰਨੀ ਜਿਹੜੇ ਸੀਗੇ ਜੀ ਨਿਯਮ ਉਹਨਾਂ ਦੀ ਪਾਲਣਾ ਜਿਹੜੀ ਆ ਉਹ ਨਹੀਂ ਕੀਤੀ ਗਈ। ਇਸ ਕਰਕੇ ਜਿਹੜਾ ਜੀ ਇਹ ਇਸ ਘੇਰੇ ਦੇ ਵਿੱਚ ਜਿਹੜਾ ਜੀ ਉਹ ਆਏ ਨੇ। ਔਰ ਵੇਖਣਾ ਇਹ ਹੋਊਗਾ ਜੀ ਕਿ 11 ਨਵੰਬਰ ਤੱਕ ਇਹ ਕੀ ਜਵਾਬ ਜਿਹੜਾ ਜੀ ਉਹ ਦਿੰਦੇ ਨੇ। ਨਿਰਸੰਦੇਹ ਇੱਕ ਜਿਹੜੀ ਤਲਵਾਰ ਹੈ ਬਰਖਾਸਤੀ ਦੀ ਉਹ ਇਹਨਾਂ ਸਾਰਿਆਂ ਦੇ ਉੱਤੇ ਲਟਕਦੀ ਰਹੂਗੀ ਜੀ ਜੀ। ਅਗਲੀ ਇੱਕ ਆਪਾਂ ਗੱਲ ਕਰੀਏ ਵੀ ਕੱਲ੍ਹ ਨੂੰ SGPC ਦੀ ਮੀਟਿੰਗ ਜਿਹੜੀ ਆ ਸੁਖਬੀਰ ਬਾਦਲ ਹੋਣਾ ਨੇ ਕਹਿੰਦੇ ਸੱਦ ਲਈ ਆ, ਜਿਹੜੀ SGPC ਦੀ ਜਰਨਲ ਹਾਊਸ ਤੋਂ ਇੱਕ ਦਿਨ ਪਹਿਲਾਂ ਹੀ। ਅਕਸਰ ਤੁਸੀਂ ਇੱਕ ਗੱਲ ਸੁਣੀ ਹੋਣੀ ਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਖਲ ਅੰਦਾਜ਼ੀ ਦੀ ਗੱਲ ਆਉਂਦੀ ਆ ਤਾਂ ਉਹ ਕਹਿੰਦੇ ਅਸੀਂ ਤਾਂ ਦਖਲ ਨਹੀਂ ਦਿੰਦੇ, ਉਹ ਤਾਂ ਇੰਡੀਪੈਂਡੈਂਟ ਬੋਡੀ ਆ। ਪਰ ਜੋ ਕੁਝ ਜਿਹੜਾ ਚੱਲ ਰਿਹਾ ਜੀ, ਕਿਉਂਕਿ 5 ਤਰੀਕ ਨੂੰ ਜਨਰਲ ਇਜਲਾਸ ਜਿਹੜਾ ਜੀ ਉਹ ਸੱਦਿਆ ਗਿਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ, ਜਿੱਥੇ ਕਿ ਆਉਣ ਵਾਲੇ ਵਰ੍ਹੇ ਦੇ ਵਾਸਤੇ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ, ਅੰਤਰਿੰਗ ਕਮੇਟੀ ਦੇ ਮੈਂਬਰ ਜਿਹੜੇ ਨੇ ਜੀ ਉਹ ਚੁਣੇ ਜਾਣੇ ਨੇ। ਸੋ ਸ਼੍ਰੋਮਣੀ ਕਮੇਟੀ ਦਾ ਇਹ 2011 ਵਾਲਾ ਜਿਹੜਾ ਸਦਨ ਹੈ ਉਹਨੇ ਜਿਹੜੀਆਂ ਜੀ ਇਹ ਅਹੁਦੇਦਾਰੀਆਂ ਜਿਹੜੀਆਂ ਉਹ ਚੁਣਨੀਆਂ ਨੇ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਜੀ ਪ੍ਰਧਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਜਿਹੜੀ ਆ ਜੀ ਉਹ ਸੱਦੀ ਆ ਕੱਲ ਨੂੰ। ਇਹਦੇ ਵਿੱਚ ਜਿਹੜਾ ਜੀ ਸਾਰਾ ਕੁਝ ਉਲੀਕਿਆ ਜਾਊਗਾ। ਹੋਣਾ ਵੈਸੇ ਕੀ ਹੈ, ਤੇਲ ਫੂਕਣਾ, ਪੈਟਰੋਲ ਡੀਜ਼ਲ ਫੂਕ ਕੇ ਉੱਥੇ ਜਾ ਕੇ ਇੱਕ ਪਰਚੀ ਜਿਹੜੀ ਆ ਜੀ ਉਹ ਦਿੱਤੀ ਜਾਊਗੀ ਕਿ ਸਾਰੇ ਅਧਿਕਾਰ ਜਿਹੜੇ ਨੇ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਤੇ ਜਾ ਰਹੇ ਨੇ। ਹਾਲਾਤ ਜਿਹੜੇ ਜੀ ਜਿੱਦਾਂ ਪਹਿਲਾਂ ਬਣਦੇ ਸੀ ਉਸੇ ਤਰੀਕੇ ਦੇ ਬਣਨਗੇ। ਇੱਕ ਲਿਫਾਫਾ ਆਊਗਾ, ਉਸ ਲਿਫਾਫੇ ਦੇ ਵਿੱਚ ਜਿਹੜਾ ਜੀ ਉਹ ਨਾਮ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਜਿਹੜਾ ਜੀ ਉਹ ਨਿਕਲੂਗਾ ਤੇ ਉਸ ਤੋਂ ਬਾਅਦ ਜਿਹੜਾ ਜੀ ਅਗਲੀਆਂ ਜਿਹੜੀਆਂ ਅਹੁਦੇਦਾਰੀਆਂ ਨੇ ਉੱਥੇ ਚੁਣ ਲਈਆਂ ਜਾਣਗੀਆਂ। ਸੋ ਇਹਦੇ ਵਿੱਚ ਕੋਈ ਬਹੁਤਾ ਬਦਲਾਅ ਜਿਹੜਾ ਜੀ ਉਹ ਹੋਣਾ ਨਹੀਂ ਗਾ। ਪਹਿਲਾਂ ਜਿਵੇਂ ਇਹ ਕਿਹਾ ਜਾ ਰਿਹਾ ਸੀਗਾ ਕਿ
ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਨੇ ਉਹ ਆ ਸਕਦੀਆਂ ਨੇ। ਇਹਨਾਂ ਦੀ ਕੋਈ ਸੰਭਾਵਨਾ ਇਸ ਵੇਲੇ ਜਿਹੜੀ ਆ ਜੀ ਉਹ ਨਜ਼ਰ ਨਹੀਂ ਆ ਰਹੀ। ਉਹਦਾ ਕਾਰਨ ਇਹ ਆ ਕਿ ਰਿਸਕ ਜਿਹੜਾ ਜੀ ਇਹੋ ਜਿਹਾ ਨਹੀਂ ਲੈਣਾ ਚਾਹੁੰਦੀ ਜਿਹੜੀ ਸੱਤਾਧਾਰੀ ਧਿਰ ਆ। ਉਹਨੂੰ ਪਤਾ ਇੱਕ ਤਾਂ ਇਸ ਪਾਸੇ ਉਹ ਉਲਝ ਜੂਗੀ, ਦੂਜੇ ਹਾਲਾਤ ਜਿਹੜੇ ਨੇ ਜੀ ਉਹਦੇ ਵਾਸਤੇ ਕੋਈ ਬਹੁਤੇ ਸਾਜ਼ਗਾਰ ਜਿਹੜੇ ਉਹ ਨਹੀਂ ਹੈਗੇ ਜੀ ਜੀ ਜੀ। ਤੇ ਸੋ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਬਲਤੇਜ ਪੰਨੂ ਜੀ ਜਿਹੜੀ ਹੈ ਵਿਸਤਾਰ 'ਚ ਦੱਸ ਰਹੇ ਸੀਗੇ। ਤੇ ਬਲਤੇਜ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਇਹ ਅੰਮ੍ਰਿਤਸਰ ਵਿੱਚ ਮੋਦੀ ਨੂੰ ਆਵਣੇ ਲਈ ਤਰਲਾ ਜਾ ਅਕਾਲੀਆਂ ਮਾਰਿਆ ਸੀ ਜੀ। ਅੰਮ੍ਰਿਤਸਰ ਵਿੱਚ ਮੋਦੀ ਨੂੰ ਆਵਣੇ ਲਈ ਤਰਲਾ ਜਾ ਅਕਾਲੀਆਂ ਮਾਰਿਆ ਸੀ। ਨਹੀਂ ਸੀ ਮੋਦੀ ਨੇ ਉਦੋਂ ਕੋਈ ਹਾਂ ਆਖੀ, ਨਾ ਇਨਕਾਰ ਦਾ ਸ਼ਬਦ ਉਚਾਰਿਆ ਸੀ। ਆ ਗਈ ਘੜੀ ਸਮਾਗਮ ਦੀ ਜਦੋਂ ਨੇੜੇ, ਸੀਨਾ ਮਿੱਤਰਾਂ ਦਾ ਉਹਨੇ ਠਾਰਿਆ ਸੀ। ਦਿੱਤੇ ਭੇਜ ਫਿਰ ਜੇਤਲੀ ਸ਼ਾਹ ਉਹਨੇ, ਬੁੱਤਾ ਦੇ ਕੇ ਸੰਦੇਸ਼ ਜਿਹਾ ਸਾਰਿਆ ਸੀ ਜੀ। ਅੰਮ੍ਰਿਤਸਰ ਨੂੰ ਆਉਣ ਨੂੰ ਮੰਨਿਆ ਨਹੀਂ, ਪਹੁੰਚ ਵਿੱਚ ਗੁੜਗਾਉਂ ਦੇ ਗਿਆ ਮੋਦੀ। ਅੰਮ੍ਰਿਤਸਰ ਤਾਂ ਆਉਣ ਨੂੰ ਮੰਨਿਆ ਨਹੀਂ, ਪਹੁੰਚ ਵਿੱਚ ਗੁੜਗਾਉਂ ਦੇ ਗਿਆ ਮੋਦੀ। ਪੰਜਾਬ ਭੁੱਲ ਹਰਿਆਣੇ ਦੇ ਵੱਲ ਜਾ ਕੇ ਉਸ ਦਿਨ ਪੱਖ ਸ਼ਰੀਕ ਦਾ ਲਿਆ ਮੋਦੀ। ਜੀ ਜੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।